ਗੁਰਬਚਨ ਸਿੰਘ ਭੁੱਲਰ ਦਾ ਲਿਖਿਆ ਅਗਲਾ ਵਿਅਕਤੀ ਚਿੱਤਰ ਹੈ ਕਾਲਾ ਘੁਮਿਆਰ। ਇੱਕ ਬਸ ਕਾਲਾ ਘੁਮਿਆਰ ਸੀ ਜਿਸ 'ਤੇ ਮੇਰਾ ਮਾਮਾ ਮੱਘਰ ਸਿੰਘ ਅੱਖਾਂ ਮੀਟ ਕੇ ਭਰੋਸਾ ਕਰਦਾ ਸੀ। ਨਾ ਤਾਂ ਉਹਦਾ ਕਾਲੇ ਖਾਂ ਸੀ, ਪਰ ਇੱਕ ਮੇਰੇ ਮਾਮੇ ਤੋਂ ਬਿਨਾਂ ਸਭ ਉਹਨੂੰ ਕਾਲਾ ਹੀ ਆਖਦੇ। ਮਾਮਾ ਉਹਨੂੰ ਉਮਰੋਂ ਛੋਟਾ ਹੋਣ ਦੇ ਬਾਵਜੂਦ ਮੋਹ ਨਾਲ ਕਾਲੇ ਖਾਂ ਆਖਦਾ। ਅੰਦਰ ਬਾਹਰ ਦੇ ਉਹਦੇ ਸਾਰੇ ਕੰਮ ਕਾਲਾ ਹੀ ਕਰਦਾ। ਇੱਥੋਂ ਤੱਕ ਕਿ ਮਾਮਾ ਫਸਲ ਵੇਚਣ ਵੀ ਆਪ ਨਹੀਂ ਸੀ ਜਾਂਦਾ। ਕਾਲਾ ਆਪਣੇ ਗਧਿਆਂ ਉੱਤੇ ਫਸਲ ਲੱਦਦਾ, ਗੁਣਿਆਣੇ ਮੰਡੀ ਆੜ੍ਹਤੀਆਂ ਦੇ ਲੈ ਜਾਂਦਾ। ਅਤੇ ਜੇ ਮਾਮਾ ਆਪ ਜਾਂਦਾ ਵੀ, ਉਹਨੇ ਕਿਹੜਾ ਹਿਸਾਬ ਕਿਤਾਬ ਕਰ ਲੈਣਾ ਸੀ। ਉਹਨਾਂ ਵੇਲਿਆਂ ਦੇ ਅਨੇਕ ਪੇਂਡੂ ਲੋਕਾਂ ਵਿੱਚੋਂ ਸੀ ਜੋ ਉਮਰ ਭੋਗ ਕੇ ਬੁੜੇ ਹੋ ਗਏ ਹੋਣ ਤੇ ਬਾਵਜੂਦ 20 ਤੋਂ ਵੱਧ ਗਿਣਤੀ ਨਹੀਂ ਸੀ ਜਾਣਦੇ। ਉਹਨਾਂ ਨੂੰ ਰੋਜ਼ਾਨਾ ਜੀਵਨ 'ਚ ਇਹਦੀ ਲੋੜ ਹੀ ਨਹੀਂ ਸੀ ਪੈਂਦੀ। ਜਿਵੇਂ ਹੁਣ ਚੀਜ਼ਾਂ ਦੀ ਖਰੀਦ ਵਿਕਰੀ ਦੀ ਰਕਮ ਦਾ ਜ਼ਿਕਰ ਸੈਂਕੜਿਆਂ ਹਜ਼ਾਰਾਂ 'ਚ ਹੁੰਦਾ, ਉਦੋਂ 20 'ਚ ਹੁੰਦਾ ਸੀ। ਗਾਂ, ਬਲਦ, ਮੈਂਸ ਆਦਿ ਪਸ਼ੂ ਇੰਨੀਆਂ 20 ਦਾ ਆਇਆ। ਫਸਲ ਦੇ ਇੰਨੇ 20 ਵੱਟੇ ਗਏ। ਆਰਥਿਕਤਾ ਦੇ ਉਸ ਦੌਰ 'ਚ ਕਿਸਾਨਾਂ ਨੂੰ 20 'ਚ ਗਿਣੇ ਜਾਂਦੇ ਨੋਟਾਂ ਦੇ ਦਰਸ਼ਨ ਵੀ ਰੋਜ਼-ਰੋਜ਼ ਨਹੀਂ ਸੀ ਹੁੰਦੇ, ਸਗੋਂ 6 ਮਹੀਨਿਆਂ ਮਗਰੋਂ ਹਾੜੀ ਸੌਣੀ ਦੀ ਫਸਲ ਆਈ ਤੋਂ ਹੀ ਹੁੰਦੇ ਸੀ। ਕੁਦਰਤੀ ਕਿਸਾਨ ਉੱਤੇ ਨਿਰਭਰ ਭਾਂਤ-ਭਾਂਤ ਦੇ ਕਾਮਿਆਂ ਕਿਰਤੀਆਂ ਨੂੰ ਵੀ ਹਿੱਸੇ ਬੈਠਦੇ ਨੋਟ ਉਸ ਸਮੇਂ ਹੀ ਦਰਸ਼ਨ ਦਿੰਦੇ। ਇਸ ਕਰਕੇ ਰੋਜ਼-ਰੋਜ਼ ਦੀ ਖਰੀਦਦਾਰੀ ਲਈ ਦਾਣਿਆਂ ਦੀ ਚੁੰਗੀ ਕੰਮ ਆਉਂਦੀ, ਜਾਂ ਫਿਰ ਉਧਾਰ ਜੋ ਬਾਣੀਏ ਬਹੀ 'ਤੇ ਲਿਖਦੇ ਰਹਿੰਦੇ ਅਤੇ ਫਸਲ ਆਈ ਤੋਂ ਲੈ ਲੈਂਦੇ। ਮਾਮੇ ਮੱਘਰ ਤੇ ਕਾਲੇ ਦੇ ਕਿੱਸੇ ਤਾਂ ਕਈ ਹੈ, ਪਰ ਇਹ ਇੱਕ ਤਾਂ ਜ਼ਰੂਰ ਸੁਣਾਉਣ ਵਾਲਾ ਹੈ। ਇਸ 'ਚ ਇਮਾਨਦਾਰ, ਨਿਮਰ ਤੇ ਨਿਰਛਲ ਕਾਲੇ ਦੇ ਸਬੰਧ 'ਚ ਮਾਮੇ ਦਾ ਭੋਲਾਪਨ ਵੀ ਹੈ, ਸੁਹਿਰਦਤਾ ਵੀ ਹੈ, ਘੋਰ ਨਫ਼ਰਤ ਦੇ ਦੌਰ 'ਚ ਆਪਣੀ ਇਨਸਾਨੀਅਤ ਨੂੰ ਅਡੋਲ ਰੱਖਣ ਦੀ ਸਮਰੱਥਾ ਵੀ ਹੈ। ਮਾਮੀ ਛੋਟੇ-ਛੋਟੇ 2 ਬੱਚੇ, ਇੱਕ ਮੁੰਡਾ ਤੇ ਕੁੜੀ ਛੱਡ ਕੇ ਚਲਾਣਾ ਕਰ ਗਈ। ਮਾਮਾ ਭੋਲਾ ਤਾਂ ਜਮਾਂਦਰੂ ਹੀ ਸੀ, ਉੱਤੋਂ ਹੁਣ ਉਹਦੇ ਭੋਲੇਪਨ 'ਚ ਵਹਿਮ ਜੁੜ ਗਿਆ। ਜ਼ਮੀਨ ਬਹੁਤ ਸੀ, ਉਹਨੂੰ ਡਰ ਬੈਠ ਗਿਆ ਵੀ ਕੋਈ ਸ਼ਰੀਕ ਜ਼ਮੀਨ ਦੇ ਲਾਲਚ ਵਿੱਚ ਜੁਆਕਾਂ ਨੂੰ ਹੀ ਨਾ ਮਾਰ ਦੇਵੇ। ਨਤੀਜਾ ਇਹ ਹੋਇਆ ਕਿ ਲੋਕਾਂ ਤੋਂ ਉਹਦਾ ਭਰੋਸਾ ਹੀ ਚੁੱਕਿਆ ਗਿਆ। ਕਾਲੇ ਤੇ ਉਹਦੀ ਘਰਵਾਲੀ ਨਾਲ ਮਾਮੇ ਦਾ ਵਾਹ ਮਾਮੀ ਦੇ ਜਿਉਂਦੀ ਹੋਣ ਵੇਲੇ ਦਾ ਸੀ। ਕਾਲੇ ਦੀ ਘਰਵਾਲੀ ਕੱਪੜੇ ਧੋਂਦੀ, ਕਣਕ ਛੰਡਦੀ, ਆਟਾ ਪੀਂਦੀ, ਬਰਸਾਤਾਂ ਤੋਂ ਪਹਿਲਾਂ ਘਰ 'ਚ ਤੇ ਛੱਤਾਂ 'ਤੇ ਤਲੀਆਂ ਦਿੰਦੀ, ਕੰਧਾਂ ਉੱਤੇ ਪਾਂਡੂ ਪੋਚਾ ਫੇਰਦੀ। ਮਾਮਾ ਕਾਲੇ ਵਾਂਗ ਹੀ ਉਹਨੂੰ ਵੀ ਉਹਦੇ ਬਣਦੇ ਹੱਕ ਤੋਂ ਵੱਧ ਹੀ ਦਿੰਦਾ। ਸ਼ਾਇਦ ਇਸ ਲੰਮੇ ਵਾਹ 'ਚੋਂ ਹੀ ਮਾਮਾ ਇਸ ਸਿੱਟੇ 'ਤੇ ਪਹੁੰਚਿਆ ਸੀ ਵੀ ਕਾਲਾ ਭਰੋਸੇਯੋਗ ਬੰਦਾ। ਕਾਲਾ ਫਸਲ ਵੇਚ ਕੇ ਆਉਂਦਾ, ਆਖਦਾ, "ਇਹ ਲੈ ਚਾਚਾ, ਇੰਨੇ 20 ਜੋ ਤੂੰ ਲਿਆਉਣ ਨੂੰ ਕਿਹਾ ਸੀ, ਤੇ ਬਾਕੀ ਇੰਨੇ 20 ਆੜ੍ਹਤੀ ਕੋਲ ਜਮ੍ਹਾਂ ਕਰਵਾਤੇ।" ਮਾਮਾ ਹਿਸਾਬ ਕਿਤਾਬ ਦੀ ਕਿਸੇ ਵੀ ਪੁੱਛ ਗਿੱਛ ਤੋਂ ਬਿਨਾਂ ਪੈਸੇ ਫੜ ਕੇ ਸਾਂਭ ਲੈਂਦਾ। ਫਿਰ ਸੰਨ 47 ਆ ਗਿਆ। ਕੁਝ ਭਲੇ ਲੋਕਾਂ ਨੇ ਪਿੰਡ ਦੇ ਮੁਸਲਮਾਨਾਂ ਨੂੰ ਫਿਰੋਜ਼ਪੁਰ ਤੋਂ ਸਰਹੱਦ ਪਾਰ ਕਰਾਉਣ ਦਾ ਫੈਸਲਾ ਕਰ ਲਿਆ। ਆਥਣ ਵੇਲੇ ਕਾਲੇ ਨੇ ਆ ਕੇ ਸਭ ਦਾ ਮਾਮੇ ਨੂੰ ਦੱਸਿਆ, ਨਾਲ ਹੀ ਇੱਕ ਪੋਟਲੀ ਫੜਾਤੀ। ਮਾਮੇ ਦੀ ਪੁੱਛ ਦੇ ਜਵਾਬ 'ਚ ਬੋਲਿਆ, "ਹੋਰਾਂ ਦੇ ਐਵੇਂ ਨਿੱਕੇ ਮੋਟੇ ਕੰਮਾਂ ਨੂੰ ਛੱਡ ਕੇ ਮੈਂ ਤਾਂ ਤੇਰੇ ਘਰ ਤੋਂ ਬਿਨਾਂ ਕਦੇ ਕਿਸੇ ਦਾ ਕੁਝ ਖਾਸ ਕੀਤਾ ਹੀ ਨਹੀਂ, ਤੇ ਤੂੰ ਮੈਨੂੰ ਹਮੇਸ਼ਾ ਮੇਰੇ ਬਣਦੇ ਤੋਂ ਵੱਧ ਦਿੱਤਾ ਹੈ। ਮੈਂ ਜੋ ਕੁਝ ਮਾੜਾ ਮੋਟਾ ਬਣਾਇਆ ਸਭ ਤੇਰੇ ਹੱਥੋਂ ਮਿਲੇ ਨਾਲ ਹੀ ਬਣਾਇਆ। ਜੇ ਕਦੇ ਕਿਸਮਤ ਨੇ ਸਾਥ ਦਿੱਤਾ ਤੇ ਅਮਨ ਚੈਨ ਹੋਏ ਤੋਂ ਆਉਣ ਦੀ ਖੁੱਲ੍ਹ ਮਿਲੀ, ਮੈਂ ਆਪਦੀ ਚੀਜ਼ ਲੈ ਜਾਊਂ। ਜੇ ਕਦੇ ਵੀ ਆਉਣਾ ਨਾ ਬਣਿਆ ਤਾਂ ਮੇਰੇ ਵਾਂਗੂ ਤੂੰ ਵੀ ਇਹੀ ਸਮਝੀ ਵੀ ਇਹ ਚੀਜ਼ ਵਸਤ ਤੇਰੀ ਸੀ, ਤੈਨੂੰ ਮਿਲ ਗਈ।" ਮਾਮੇ ਨੇ ਪੁੱਛਿਆ, "ਜਾਣਾ ਕਦੋਂ ਪਊ? ਨਾਲੇ ਇਹ ਤਾਂ 4 ਦਿਨ ਦੀ ਨੇਰੀ ਆ ਕਾਲੇ ਖਾਂ, ਨੰਗੀ ਤੋਂ ਫਿਰ ਸਭ ਠੀਕ ਹੋ ਜਾਊ। ਤੂੰ ਇੱਥੇ ਹੀ ਆਉਣਾ ਮੁੜ ਕੇ ਆਪਦੇ ਘਰ ਮੇਰੇ ਕੋਲ?" ਕਾਲਾ ਬੋਲਿਆ, "ਕਦੋਂ ਕੀ ਚਾਚਾ, 4 ਚੁਫੇਰੇ ਹਾਹਾਕਾਰ ਮੱਚੀ ਪਈ ਹੈ, ਅੱਜ ਰਾਤ ਨੂੰ ਹੀ ਨਿਕਲ ਜਾਣਾ।" ਉਹ ਬਾਹਰਲੀ ਦੁਨੀਆ ਬਾਰੇ ਮਾਮੇ ਨਾਲੋਂ ਯਕੀਨਨ ਵੱਧ ਅਨੁਭਵੀ ਸੀ। ਉਹਦੀ ਦੂਜੀ ਗੱਲ ਦੇ ਜਵਾਬ 'ਚ ਬੋਲਿਆ, "ਰੱਬ ਕਰੇ ਤੇਰੀ ਗੱਲ ਸੱਚੀ ਹੋਵੇ ਚਾਚਾ, ਪਰ ਰੱਬ ਦੀਆਂ ਰੱਬ ਹੀ ਜਾਣੇ। ਖਬਰੇ ਕਿਸਮਤ 'ਚ ਕੀ ਧੱਕੇ ਖਾਣੇ ਲਿਖੇ ਹੈ।" ਮਾਮੇ ਦਾ ਦਿਲ ਹੇਠ ਨੂੰ ਗਿਆ। ਅੱਜ ਰਾਤ ਨੂੰ ਹੀ? ਤੇ ਉਹ ਕਾਲੇ ਨੂੰ ਹਿੱਕ ਨਾਲ ਲਾ ਕੇ ਜਾਰੋ ਜਾਰ ਰੋ ਪਿਆ। ਕਾਲੇ ਦੇ ਦੁੱਖ ਦਾ ਭਾਂਡਾ ਤਾਂ ਪਹਿਲਾਂ ਹੀ ਭਰਿਆ ਪਿਆ ਸੀ, ਉਹਨੇ ਤਾਂ ਉਛਲਣਾ ਹੀ ਸੀ। ਧਾਹਾਂ ਮਾਰਦੇ ਹੀ ਦੋਵੇਂ ਵੱਖ ਹੋਏ। ਪਿੰਡ ਵਾਲੇ ਮੁਸਲਮਾਨਾਂ ਨੂੰ ਹੱਦ ਲੰਘਾਉਣ ਦਾ ਨੇਕ ਕੰਮ ਕਰ ਆਏ। ਉਸ ਪਿੱਛੋਂ ਕਿਸੇ ਨੂੰ ਕਿਸੇ ਦੀ ਕੋਈ ਖਬਰ ਨਹੀਂ ਸੀ ਕਿ ਕੌਣ ਕਿੱਧਰ ਨੂੰ ਗਿਆ। ਚਲੋ, ਪਿੰਡ ਵਾਲਿਆਂ ਵਾਸਤੇ ਇਹੋ ਬਹੁਤ ਤਸੱਲੀ ਸੀ ਕਿ ਉਹਨਾਂ ਨੇ ਕੁਝ ਜਾਨਾਂ ਬਚਾਤੀਆਂ। ਕੁਝ ਦਿਨ ਬੀਤੇ। ਥਾਣੇਦਾਰ ਡੇਰੇ ਦੇ ਵਿਹੜੇ 'ਚ ਮੇਜ਼ ਕੁਰਸੀ ਲੁਆ ਕੇ ਬੈਠ ਗਿਆ। ਉਹਨੇ ਨੰਬਰਦਾਰ ਦੇ ਪਿੰਡ ਦੇ ਹੋਰ ਮੋਹਰੀ ਬੁਲਾ ਲਏ। ਚੌਕੀਦਾਰ ਨੂੰ ਆ ਕੇ ਪਿੰਡ 'ਚ ਹੋਕਾ ਦਵਾ ਦਿੱਤਾ ਵੀ ਜਿਸ ਕਿਸੇ ਕੋਲ ਮੁਸਲਮਾਨਾਂ ਦੀ ਲੁੱਟ ਦਾ ਮਾਲ ਹੈ, ਆ ਕੇ ਇਤਲਾਹ ਕਰੇ। ਉਹਦਾ ਖਾਸ ਜ਼ੋਰ ਮੁਸਲਮਾਨ ਲੜਕੀਆਂ ਤੇ ਔਰਤਾਂ ਦੀ ਜਾਣਕਾਰੀ ਲੈਣ ਉੱਤੇ ਸੀ। ਹੌਲੀ ਹੌਲੀ ਡੇਰੇ ਦਾ ਵਿਹੜਾ ਬੰਦਿਆਂ ਨਾਲ ਭਰ ਗਿਆ, ਜਿਨ੍ਹਾਂ 'ਚੋਂ ਬਹੁਤੇ ਤਮਾਸ਼ਬੀਨ ਸੀ।
ਮਾਮੇ ਮੱਘਰ ਨੇ ਵੀ ਹੋਕਾ ਸੁਣਿਆ। ਚੌਕੀਦਾਰ ਨੂੰ ਰੋਕ ਕੇ ਉਹ ਤੋਂ ਵੀ ਸਾਰੀ ਗੱਲ ਚੰਗੀ ਤਰ੍ਹਾਂ ਪੁੱਛ ਲਈ। ਉਹਨੇ ਕਾਲੇ ਵਾਲੀ ਪੋਟਲੀ ਪਰਨੇ 'ਚ ਲਪੇਟੀ ਚੁੱਪਚਾਪ ਥਾਣੇਦਾਰ ਦੇ ਮੇਜ਼ ਕੋਲ ਪਹੁੰਚ ਗਿਆ। ਉਹਨੂੰ ਥਾਣੇਦਾਰ ਵੱਲ ਤੁਰਿਆ ਜਾਂਦਾ ਵੇਖ ਕੇ ਸਭ ਹੈਰਾਨ। ਇਹ ਬੰਦਾ ਤਾਂ ਕਿਸੇ ਦੂਜੇ ਦੀ ਮਿੱਟੀ ਦੀ ਮੁੱਠੀ ਤੱਕ ਨਹੀਂ ਲੈਂਦਾ, ਇਹ ਇੱਥੇ ਕਿਵੇਂ? ਮਾਮੇ ਨੇ ਪੋਟਲੀ ਮੇਜ਼ 'ਤੇ ਰੱਖ ਕੇ ਹੱਥ ਜੋੜੇ। ਸਰਕਾਰ, ਇਹ ਵਸਤ ਕਾਲੇ ਖਾਂ ਵਲਦ ਫਤਿਹ ਖਾਂ ਦੀ ਮੇਰੇ ਕੋਲ ਅਮਾਨਤ ਹੈ। ਹੁਣ ਜਦੋਂ ਤੁਸੀਂ ਆਪ ਹੀ ਆ ਗਏ, ਮੇਰਾ ਫਿਕਰ ਮੁੱਕਿਆ। ਇਹ ਲਓ, ਇੰਨੇ ਤੋਲਾ ਸਿਉਣਾ, ਇੰਨੇ ਚਾਂਦੀ, ਉਹਨੂੰ ਪਾਕਿਸਤਾਨ ਪਹੁੰਚਦੀ ਕਰ ਦਿਓ। ਮੇਰੇ ਸਿਰੋਂ ਭਾਰ ਉਤਰਿਆ। ਉਹ ਜਿਵੇਂ ਚੁੱਪਚਾਪ ਆਇਆ ਸੀ ਉਸੇ ਤਰ੍ਹਾਂ ਕਿਸੇ ਨਾਲ ਕੋਈ ਗੱਲ ਕਰੇ ਬਿਨਾਂ ਡੇਰੇ 'ਚੋਂ ਨਿਕਲ ਗਿਆ। ਉੱਥੇ ਉਹਨੂੰ ਇਹ ਆਖਣ ਦੀ ਹਿੰਮਤ ਕੌਣ ਕਰਦਾ ਵੀ ਭਲਿਆ ਮਾਨਸਾ ਇਹ ਕੀ ਕਰ ਚੱਲਿਆ? ਥਾਣੇਦਾਰ ਨੇ ਅੰਦਰੋਂ ਗਦਗਦ ਹੋ ਕੇ ਬਾਹਰੋਂ ਗੰਭੀਰ ਰਹਿੰਦਿਆਂ ਕਿਹਾ, ਇਹੋ ਜਿਹਾ ਸਭ ਮਾਲ ਸਰਕਾਰੀ ਖਜ਼ਾਨੇ 'ਚ ਚਲਿਆ ਜਾਣਾ ਹੈ। ਸੱਚ ਜਾਣਦਿਆਂ ਵੀ ਕੋਈ ਕੀ ਆਖਦਾ। ਦਿਨ ਬੀਤਦੇ ਗਏ, ਮਹੀਨੇ ਬੀਤਣ ਲੱਗੇ, ਫਿਰ 4-5 ਸਾਲ ਬੀਤ ਗਏ। 50ਵਿਆਂ ਦੇ ਸ਼ੁਰੂ 'ਚ ਦੋਵਾਂ ਪਾਸਿਆਂ ਦੇ ਉੱਜੜਿਆਂ ਵਾਸਤੇ ਇੱਕ ਵਿਰਲ ਖੁੱਲ੍ਹ ਗਈ। ਉਹ ਅਜਿਹਾ ਗਹਿਣਾ ਗੱਟਾ ਲੈ ਕੇ ਜਾ ਸਕਦੇ ਸੀ। ਮਾਮੇ ਦਾ ਅਜਿਹੀਆਂ ਗੱਲਾਂ ਨਾਲ ਜਾਂ ਖਬਰਾਂ ਨਾਲ ਕੋਈ ਵਾਸਤਾ ਨਹੀਂ ਸੀ। ਆਪਣੀ ਸੀਮਤ ਜੀ ਹੋਂਦ ਤੋਂ ਬਾਹਰ ਉਹਦੇ ਲਈ ਸਭ ਕੁਝ ਬੇਮਤਲਬ ਤੇ ਅਣਹੋਂਦਾ ਸੀ। ਤੇ ਫਿਰ ਇੱਕ ਦਿਨ ਅਚਾਨਕ ਕਾਲਾ ਆ ਗਿਆ। ਵਿਛੜਨ ਵੇਲੇ ਵਾਂਗ ਹੁਣ ਮਿਲ ਕੇ ਦੋਵੇਂ ਇੱਕ ਦੂਜੇ ਦੇ ਗਲ ਲੱਗ ਕੇ ਬੁੱਕਾਂ ਦੇ ਬੁੱਕ ਅੱਥਰੂ ਰੋਏ। ਲੱਗਦਾ ਉਸਤਾਦ ਦਾਮਨ ਨੇ ਕਿਸੇ ਮੱਘਰ ਤੇ ਕਾਲੇ ਦੀਆਂ ਇੱਕ ਦੂਜੇ ਦੇ ਗਲ ਲੱਗ ਕੇ ਮਾਰੀਆਂ ਧਾਹਾਂ ਦਾ ਕੋਈ ਅਜਿਹਾ ਨਜ਼ਾਰਾ ਵੇਖ ਕੇ ਲਿਖਿਆ ਹੋਏਗਾ, ਲਾਲੀ ਅੱਖੀਆਂ ਦੀ ਪਈ ਦੱਸਦੀ ਹੈ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਇੰਨਾ ਜ਼ਰੂਰ ਸੀ ਕਿ ਵਿਛੜਨ ਵੇਲੇ ਦੇ ਅਣਦੇਖੀ ਅਣਜਾਣੀ ਦੁਨੀਆ 'ਚ ਖਾਲੀ ਹੱਥ ਜਾਣ ਦੇ ਭੈ ਦੇ ਉਲਟ ਹੁਣ ਇਸ ਗੱਲ ਦੀ ਕੁਝ ਤਸੱਲੀ ਸੀ ਕਿ ਉਹ ਜਿੱਥੇ ਵੀ ਪਹੁੰਚਿਆ ਸੀ ਠੀਕ ਠਾਕ ਪਹੁੰਚ ਗਿਆ ਸੀ। ਦੋਵੇਂ ਸਭ ਦੀ ਸੁੱਖ ਸਾਂਦ ਪੁੱਛ ਦੱਸ ਕੇ ਸੰਤੁਸ਼ਟ ਹੋ ਗਏ। ਸੁੱਖ ਦਾ ਸਾਹ ਲੈ ਕੇ ਮਾਮੇ ਨੇ ਪੁੱਛਿਆ, ਕਾਲੇ ਖਾਂ ਤੇਰੀ ਵਸਤ ਤੈਨੂੰ ਸਹੀ ਸਲਾਮਤ ਪਹੁੰਚ ਗਈ ਸੀ? ਕਾਲੇ ਨੇ ਕਾਹਲੀ ਨਾਲ ਜਵਾਬੀ ਸਵਾਲ ਕੀਤਾ, ਕਿਹਦੇ ਹੱਥ ਭੇਜੀ ਸੀ ਚਾਚਾ ਮੇਰੀ ਵਸਤ? ਮਾਮੇ ਨੇ ਸਾਰਾ ਕਿੱਸਾ ਕਹਿ ਸੁਣਾਇਆ। ਕਾਲੇ ਨੇ ਹੌਕਾ ਲਿਆ, ਵਾਹ ਓਏ ਮੇਰਿਆ ਭੋਲਿਆ ਚਾਚਿਆ, ਦੁਨੀਆ ਬਦਲ ਗਈ। ਕੀ ਤੋਂ ਕੀ ਹੋ ਗਿਆ? ਦੇਸ਼ ਇੱਕ ਦੇ ਦੋ ਹੋ ਗਏ, ਪਰ ਤੂੰ ਮੇਰਾ ਉਹੀ ਭੋਲੇ ਦਾ ਭੋਲਾ ਚਾਚਾ ਰਿਹਾ। ਲੱਖਾਂ ਉੱਜੜ ਕੇ ਇੱਧਰ ਆਏ, ਲੱਖਾਂ ਉੱਜੜ ਕੇ ਉੱਧਰ ਗਏ। ਕੌਣ ਜਾਣੇ ਕਿਹਨੂੰ ਕਿੱਥੇ ਸਿਰ ਲੁਕਾਉਣ ਦੀ ਥਾਂ ਮਿਲੀ ਹੈ। ਅਣਗਿਣਤ ਕਾਲੇ ਖਾਂ ਵਲਦ ਫਤਿਹ ਖਾਂ ਕਿਸਮਤ ਦੇ ਮਾਰੇ ਭਟਕਦੇ ਫਿਰਦੇ ਰਹੇ। ਉਹ ਤਾਂ ਥਾਣੇਦਾਰਨੀ ਨੇ ਪੁਰਾਣੇ ਤੁੜਵਾ ਕੇ ਨਵੇਂ ਬਣਵਾ ਲਏ ਹੋਣਗੇ ਤੇ ਮੌਜ ਨਾਲ ਲਿਸ਼ਕਾਉਂਦੀ ਹੋਊ। ਮਾਮਾ ਹੈਰਾਨ ਹੋਇਆ, ਕੀ ਕਹਿੰਦਾ ਹੈ? ਕਾਲੇ ਖਾਂ, ਕਦੇ ਸਰਕਾਰ ਵੀ ਕਿਉਂ ਬੇਈਮਾਨੀ ਕਰਦੀ ਆ? ਸਰਕਾਰ ਤਾਂ ਪਰਜਾ ਦੀ ਮਾਈ ਬਾਪ ਹੁੰਦੀ ਹੈ। ਕਾਲੇ ਨੇ ਉਹਦੀ ਗੱਲ ਦਾ ਕੋਈ ਜਵਾਬ ਦੇਣ ਦੀ ਥਾਂ ਕਿਹਾ, ਪਰ ਚਾਚਾ ਤੂੰ ਚਿੰਤਾ ਨਾ ਕਰ, ਤੂੰ ਭੇਜ ਤੇ ਮੈਨੂੰ ਮਿਲ ਗਏ, ਗੱਲ ਮੁੱਕਦੀ ਹੋਈ। ਮਾਮੇ ਨੂੰ ਤਸੱਲੀ ਹੋਈ ਵੀ ਕਾਲੇ ਨੇ ਅਜੇ 2 ਦਿਨ ਰਹਿਣਾ ਸੀ। ਉਹ ਸੁਨਿਆਰ ਦੇ ਗਿਆ ਉਹਨਾਂ ਸਿਉਣਾ ਚਾਂਦੀ ਲੈ ਕੇ ਕਾਲੇ ਦੀ ਝੋਲੀ ਆ ਪਾਏ। ਕਾਲੇ ਨੇ ਲੱਖ ਸਿਰ ਮਾਰਿਆ, ਪਰ ਮਾਮੇ ਦੀ ਇੱਕੋ ਜਿੱਦ, ਉਹ ਮਾਲ ਥਾਣੇਦਾਰ ਨੇ ਦੀ ਕਰਮਾਂ 'ਚ ਲਿਖਿਆ ਸੀ, ਉਹਨੂੰ ਮਿਲ ਗਿਆ। ਇਹ ਮੇਰੀ ਨੂੰਹ ਦੀ ਅਮਾਨਤ ਹੈ, ਉਹਦੀ ਤੇ ਤੇਰੀ 10 ਨਹੁੰਆਂ ਦੀ ਕਮਾਈ, ਇਹ ਉਹਨੂੰ ਦੇ ਦੇਂ ਜਾ ਕੇ। ਧੰਨਵਾਦ।